ਗੁਰੂ ਨਾਨਕ ਸਾਹਿਬ ਮਹਾਰਾਜ ਲੋਕਾਈ ਨੂੰ ਤਾਰਨ ਦੇ ਲਈ ਉਦਾਸੀਆਂ ਕਰ ਰਹੇ ਸਨ ਤੇ ਇੱਕ ਵਾਰ ਲਾਹੌਰ ਗਏ ਨੇ। ਉੱਥੇ ਇੱਕ ਬੜਾ ਅਮੀਰ ਵਪਾਰੀ ਸੀ, ਨਾਮ ਉਹਦਾ ਦੁਨੀ ਚੰਦ ਹੈ। ਪਿਤਾ ਦੀ ਬਰਸੀ ਤੇ ਸਰਾਧ ਕਰ ਰਿਹਾ ਸੀ। ਉਸ ਸੇਠ ਨੇ ਗੁਰੂ ਸਾਹਿਬ ਨੂੰ ਵੀ ਬੇਨਤੀ ਕੀਤੀ, ਮਹਾਰਾਜ ਤੁਸੀਂ ਮੇਰੇ ਗ੍ਰਹਿ ਵਿਖੇ ਚਰਨ ਪਾਓ, ਗ੍ਰਹਿ ਨੂੰ ਪਵਿੱਤਰ ਕਰੋ। ਬੜੇ ਬ੍ਰਾਹਮਣਾਂ ਨੂੰ ਭੋਜਨ ਛਕਾਇਆ ਗਿਆ। ਗੁਰੂ ਸਾਹਿਬ ਨੂੰ ਬੇਨਤੀ ਕੀਤੀ, ਜੀ ਤੁਸੀਂ ਵੀ ਛਕੋ। ਤੇ ਮਹਾਰਾਜ ਆਖਣ ਲੱਗੇ, ਦੁਨੀ ਚੰਦ ਇਹ ਕਿਸ ਲਈ ਸਰਾਧ ਕਰਵਾ ਰਿਹਾ ਹੈ, ਦਾਨ ਪੁੰਨ ਕਰ ਰਿਹਾ ਹੈ? ਕਹਿੰਦਾ, ਮਹਾਰਾਜ ਪਿਤਾ ਦੇ ਨਿਮਿਤ, ਪਿਤਾ ਦੇ ਭਲੇ ਹਿੱਤ ਬ੍ਰਾਹਮਣਾਂ ਨੂੰ ਭੋਜਨ ਛਕਾ ਰਿਹਾ ਹਾਂ। ਦੇਖੋ, ਲੰਗਰ ਲਾਉਣਾ, ਦੀਨ ਤੇ ਦਇਆ ਕਰਨੀ, ਕਿਸੇ ਦੇ ਤਨ ਦੀ ਭੁੱਖ ਮਿਟਾ ਦੇਣੀ ਜਾਂ ਤਨ ਦਾ ਨੰਗੇਜ਼ ਕੱਜ ਦੇਣਾ, ਬਸਤਰ ਦੇ ਦੇਣੇ, ਇਹ ਕੋਈ ਪਖੰਡ ਨਹੀਂ ਹੈ। ਬਾਣੀ ਦਾ ਫਰਮਾਨ ਹੈ, ਸਾਲਾਹਾ ਸਾਚੇ ਮਨ ਸਤਿਗੁਰ, ਪੁੰਨ ਦਾਨ ਦਇਆ ਮਤੇ। ਜਿਹੜਾ ਬੰਦਾ ਗੁਰੂ ਨੂੰ ਜੀਵਨ ਦਾਤਾ ਮੰਨ ਕੇ ਉਹਦੇ ਹੁਕਮ ਵਿੱਚ ਚੱਲਦਾ ਹੈ, ਉਹ ਹਰ ਇੱਕ ਤੇ ਦਇਆ ਕਰਦਾ ਹੈ, ਦਾਨ ਪੁੰਨ ਕਰਦਾ ਹੈ। ਹੁਣ ਮੁਸ਼ਕਲ ਇਹ ਹੈ ਵੀ ਜਦੋਂ ਤੇ ਬਾਪ ਦੁਨੀਆ ਵਿੱਚ ਹੁੰਦਾ ਉਦੋਂ ਅਸੀਂ ਰੋਟੀ ਬੋਟੀ ਪੁੱਛਦੇ ਨਹੀਂ, ਸੇਵਾ ਕਰਦੇ ਨਹੀਂ। ਜਦੋਂ ਸਾਥ ਛੱਡ ਜਾਵੇ ਤੇ ਪਿੱਛੋਂ ਲੋਕਾਂ ਨੂੰ ਵਿਖਾਉਣ ਲਈ ਫਿਰ ਸਰਾਧ ਕਰਾਉਂਦੇ ਫਿਰਦੇ ਆ, ਬੱਲੇ ਬੱਲੇ ਦੇ ਲਈ। ਅਸਲ ਇੱਥੇ ਆ ਕੇ ਪਖੰਡ ਬਣ ਜਾਂਦਾ ਹੈ, ਵਿਖਾਵੇ ਮਾਤਰ ਕੀਤਾ ਕਰਮ। ਦੇਖੋ, ਜਿਵੇਂ ਮਾਤਾ ਪਿਤਾ ਨੇ ਤੁਹਾਨੂੰ ਬਚਪਨ ਵਿੱਚ ਪਾਲਿਆ ਸੀ, ਜਦੋਂ ਉਹਨਾਂ ਤੇ ਬਜ਼ੁਰਗੀ ਆ ਗਈ, ਜ਼ਰਾ ਰੋਗ ਆ ਗਿਆ, ਤੇ ਮਹਾਰਾਜ ਕਹਿੰਦੇ ਨੇ ਹੁਣ ਤੇਰੀ ਡਿਊਟੀ ਹੈ ਉਹਨਾਂ ਦੀ ਦੇਖਭਾਲ ਕਰਨ ਦੀ। ਬਿਰਧ ਭਇਆ ਉਪਰ ਸਾਕ ਸੈਨ, ਮੁਖ ਅਪਿਆਓ ਬੈਠ ਕਉ ਦੈਨ। ਇਹ ਤੇਰੇ ਘਰ ਵਿੱਚ ਜੋ ਬੱਚੇ ਨੇ, ਸਾਖ ਸੈਨ ਨੇ, ਹੇ ਬਜ਼ੁਰਗੋ, ਇਸ ਲਈ ਪਰਮਾਤਮਾ ਨੇ ਦਿੱਤੇ ਨੇ। ਜਦੋਂ ਤੁਸੀਂ ਬਿਰਧ ਹੋ ਗਏ, ਬੁਰਕੀ ਤੋੜ ਕੇ ਮੂੰਹ ਵਿੱਚ ਪਾਉਣ ਜੋਗੇ ਨਾ ਰਹੇ, ਤੇ ਤੁਹਾਡਾ ਫਰਜ਼ੰਦ ਤੁਹਾਡੇ ਮੂੰਹ ਵਿੱਚ ਬੁਰਕੀ ਪਾਵੇਗਾ। ਜੇ ਬਾਣੀ ਦੀਆਂ ਇਹਨਾਂ ਤੁਕਾਂ ਨੂੰ ਜੀਵਨ ਵਿੱਚ ਢਾਲ ਲਈਏ ਤੇ ਮੈਨੂੰ ਲੱਗਦਾ ਹੈ ਦੁਨੀਆ ਵਿੱਚ ਕੋਈ ਬਿਰਧ ਆਸ਼ਰਮ ਨਹੀਂ ਰਹੇਗਾ। ਇਹ ਸਾਡੀ ਅਕ੍ਰਿਤ ਘਣਤਾ ਚੋਂ ਹੀ ਬਿਰਧ ਆਸ਼ਰਮ ਪੈਦਾ ਹੋਏ ਨੇ। ਬਚਪਨ ਵਿੱਚ ਨਾ ਅਸੀਂ ਖਾਣ ਜੋਗੇ, ਨਾ ਅਸੀਂ ਪਾਉਣ ਹੰਡਾਉਣ ਜੋਗੇ, ਨਾ ਕਮਾਉਣ ਜੋਗੇ, ਮਾਪਿਆਂ ਨੇ ਪਾਲਿਆ ਹੈ। ਜਦੋਂ ਮਾਪੇ ਬਿਰਧ ਹੋ ਗਏ, ਉਹਨਾਂ ਦੇ ਸਰੀਰ ਵਿੱਚ ਸੱਤਾ ਨਾ ਰਹੀ, ਤੇ ਅਸੀਂ ਘਰੋਂ ਕੱਢ ਦਿੰਦੇ ਹਾਂ ਵੀ ਆਸ਼ਰਮ ਚਲਿਆ ਜਾ। ਮਹਾਰਾਜ ਕਹਿੰਦੇ, ਭੁੱਲ ਗਿਆ ਏ, ਕਦੇ ਤੇਰੇ ਹੱਡਾਂ ਵਿੱਚ ਸੱਤਾ ਨਹੀਂ ਸੀ। ਤੂੰ ਕਮਾ ਸਕਦਾ, ਤੂੰ ਪਾ ਸਕਦਾ, ਤੂੰ ਹੰਢਾ ਸਕਦਾ, ਤੂੰ ਖਾ ਸਕਦਾ। ਬਜ਼ੁਰਗਾਂ ਪਾਲਿਆ ਸੀ ਤੈਨੂੰ। ਅੱਜ ਸਮੇਂ ਦੀ ਚਾਲ ਫਿਰ ਗਈ। ਅੱਜ ਇਹਨਾਂ ਦੇ ਹੱਡ ਮਜ਼ਬੂਤ ਨਹੀਂ ਰਹੇ, ਬਾਪ ਕਮਾਉਣ ਜੋਗਾ ਨਹੀਂ ਰਿਹਾ ਤੇ ਘਰੋਂ ਕੱਢ ਆਇਆ ਹੈ। ਇਹਨੂੰ ਹੀ ਅਕ੍ਰਿਤ ਘਣਤਾ ਕਿਹਾ ਜਾਂਦਾ ਹੈ। ਔਰ ਅਕ੍ਰਿਤ ਘਣ ਨਾਲੋਂ ਮੰਦਾ ਕੋਈ ਵੀ ਦੁਨੀਆ ਤੇ ਦੂਸਰਾ ਨਹੀਂ ਹੈ। ਮਹਾਰਾਜ ਪਾਤਸ਼ਾਹ ਦੁਨੀ ਚੰਦ ਨੂੰ ਆਖਣ ਲੱਗੇ, ਦੁਨੀ ਚੰਦ, ਜਿਉਂਦਿਆਂ ਜੀ ਤੇ ਸੇਵਾ ਹੋਈ ਨਾ, ਤੇ ਹੁਣ ਸਰਾਧ ਕਰਵਾਉਂਦੇ ਹੋ। ਚੱਲ ਖੈਰ, ਇਹ ਦੱਸ ਵੀ ਤੈਨੂੰ ਕੀ ਲੱਗਦਾ ਹੈ, ਇਹ ਜਿਹੜਾ ਭੋਜਨ ਇੱਥੇ ਲੋਕਾਂ ਛਕਿਆ ਹੈ, ਇਹਦੇ ਨਾਲ ਤੇਰੇ ਬਾਪ ਨੂੰ ਰੱਜ ਆ ਗਿਆ ਹੋਵੇਗਾ, ਤੇਰੇ ਪਿਤਾ ਤਾਈਂ ਭੋਜਨ ਪਹੁੰਚਿਆ ਹੋਵੇਗਾ। ਮਹਾਰਾਜ, ਮੈਨੂੰ ਕੀ ਪਤਾ ਹੈ ਇਹ ਭੋਜਨ ਉੱਥੋਂ ਤਾਈਂ ਪਹੁੰਚਿਆ ਹੈ ਕਿ ਨਹੀਂ, ਇਹ ਤੇ ਤੁਸੀਂ ਦੱਸ ਸਕਦੇ ਹੋ, ਜਾਣੀ ਜਾਣੋ। ਕਦੇ ਨਾਨਕ ਪ੍ਰਕਾਸ਼ ਪੜ੍ਹਿਓ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਹੇਤ ਬਤਾਵਨ ਬੈਨ ਅਲਾਏ ਤਨ ਪਿਤ ਬ੍ਰਿਕ।
ਦੇਹੀ ਕੇ ਪਾਏ। ਮਹਾਰਾਜ ਆਖਣ ਲੱਗੇ, ਤੇਰਾ ਪਿਤਾ ਦੁਨੀ ਚੰਦ ਬਘਿਆੜ ਦੀ ਜੂਨ ਵਿੱਚ ਪਿਆ ਹੈ ਤੇ 3 ਦਿਨਾਂ ਤੋਂ ਭੁੱਖਾ ਫਿਰਦਾ ਹੈ। ਤੇ ਛੇਤੀ ਦੇ ਨਾਲ ਦੁਨੀ ਚੰਦ ਨੇ ਅਚਰਜ ਹੋ ਕੇ ਪੁੱਛਿਆ ਵੀ ਮਹਾਰਾਜ ਕਿੱਥੇ ਹੈ? ਤੇ ਗੁਰੂ ਸਾਹਿਬ ਆਖਣ ਲੱਗੇ, ਇੱਥੋਂ 4-5 ਕੋਹ ਦੀ ਦੂਰੀ ਤੇ ਜਾ, ਝਾੜੀਆਂ ਦੇ ਓਲੇ ਬੈਠਾ ਹੈ, ਕੁਝ ਖਾਣ ਲਈ ਲੈ ਜਾ ਤੇ ਡਰ ਨਾ ਜਾਈਂ। ਤੈਨੂੰ ਦੇਖ ਕੇ ਪਿਛਲੇ ਜਨਮ ਦੀ ਉਸਨੂੰ ਸੋਝੀ ਆ ਜਾਵੇਗੀ। ਯਾਦ ਰੱਖਿਓ, ਇਹ ਸਭ ਜੂਨਾਂ ਵਿੱਚ ਆਪਾਂ ਹੀ ਫਿਰਦੇ ਆਂ। ਕਈ ਖੰਡਨ ਕਰਨ ਲੱਗ ਪੈਂਦੇ ਨੇ 84 ਲੱਖ ਜੂਨ ਨਹੀਂ ਹੁੰਦੀ। ਅਖੇ ਤੇ ਇਹ ਬੰਦੇ ਦੀ ਜੈਸੀ ਅਵਸਥਾ ਹੈ ਵੈਸਾ ਬਾਣੀ ਨੇ ਚਿੱਤਰ ਦਿੱਤਾ ਹੈ। ਜੋ ਲੋਭੀ ਹੈ ਅਖੇ ਉਹਨੂੰ ਸੱਪ ਕਹਿ ਦਿੱਤਾ। ਲੋਭੀ ਬੰਦਾ ਹਰੇਕ ਨੂੰ ਡੰਗਦਾ ਹੈ। ਇੱਦਾਂ ਦੀ ਆਪ ਮੁਹਾਰੀ ਦੀ ਵਿਆਖਿਆ ਕਈ ਕਰਨ ਲੱਗ ਪੈਂਦੇ ਨੇ। ਬਾਣੀ ਨੇ ਸਾਫ਼ ਲਿਖਿਆ ਹੈ, ਪਸ ਪੰਖੀ ਭੂਤ ਅਰ ਪ੍ਰੇਤਾ ਬਹੁ-ਬਿਧ ਜੋਨੀ ਫਿਰਤ ਅਨੇਤਾ। ਮਹਾਰਾਜ ਕਹਿੰਦੇ, ਲੋਕੋ ਤੁਸੀਂ ਹੀ ਕਰਮਗਤ ਅਨੁਸਾਰ ਕਦੇ ਪਸ਼ੂ ਬਣਦੇ ਹੋ, ਕਦੇ ਪੰਛੀ ਬਣਦੇ ਹੋ, ਕਦੇ ਪ੍ਰੇਤ ਬਣ ਜਾਂਦੇ ਹੋ, ਭੂਤ ਬਣ ਜਾਂਦੇ ਹੋ। ਬੜੀਆਂ ਜੂਨਾਂ ਨੇ। ਜੈਸਾ ਕਰਮ ਹੈ ਵੈਸਾ ਲਿਬਾਸ ਤੁਹਾਨੂੰ ਮਿਲ ਜਾਵੇਗਾ। ਸੋ ਇੰਗਲਿਸ਼ ਦੇ ਟੀਕਾਕਾਰਾਂ ਵੀ ਇਹ ਮੋਹਰ ਲਾਈ ਹੈ, ਬੀਸਟ, ਬੋਰਸ, ਡੈਮਨਸ ਐਂਡ ਗੋਸਟਸ, ਭੂਤ ਪ੍ਰੇਤ, ਪਸ਼ੂ ਪੰਛੀ। ਇਨ these many ways the false wander in reincarnation। ਬੰਦਾ ਗਲਤ ਕਰਮ ਕਰਕੇ ਦੌੜਿਆ ਫਿਰਦਾ ਹੈ ਇਹਨਾਂ ਜੂਨਾਂ ਦੇ ਵਿੱਚ। ਦੁਨੀ ਚੰਦ ਖਾਣਾ ਲੈ ਕੇ ਮਹਾਰਾਜ ਵੱਲੋਂ ਦੱਸੀ ਜਗ੍ਹਾ ਤੇ ਗਿਆ। ਬਘਿਆੜ ਦੇ ਕੋਲ ਜਾਂਦਾ ਹੈ ਤੇ ਦੁਨੀ ਚੰਦ ਵੱਲ ਦੇਖਦਿਆਂ ਹੀ ਬਘਿਆੜ ਦੀ ਦੇਹੀ ਢਹਿ ਢੇਰੀ ਹੋ ਗਈ ਤੇ ਵਿੱਚੋਂ ਜੋਤ ਪ੍ਰਗਟ ਹੁੰਦੀ ਹੈ। ਔਰ ਜੋ ਸੂਖਸ਼ਮ ਸਰੀਰ ਪ੍ਰਗਟ ਹੋਇਆ, ਅੱਖਾਂ ਦਾ ਵਿਸ਼ਾ ਬਣ ਗਿਆ, ਇਨਵਿਜ਼ੀਬਲ ਤੋਂ ਵਿਜ਼ੀਬਲ ਹੋਇਆ। ਤੇ ਦੁਨੀ ਚੰਦ ਨੇ ਆਪਣੇ ਬਾਪ ਨੂੰ ਸਵਾਲ ਕੀਤਾ ਉਸ ਦਿਵਿਆ ਜੋਤ ਨੂੰ ਵੀ, ਪਿਤਾ ਜੀ ਤੁਸੀਂ ਬੜੇ ਧਰਮਾਤਮਾ ਸੀ, ਫਿਰ ਇਹ ਜੂਨ ਕਿਵੇਂ ਮਿਲ ਗਈ? ਦੁਨੀ ਚੰਦ ਦਾ ਬਾਪ ਆਖਣ ਲੱਗਾ, ਜਦੋਂ ਮ੍ਰਿਤਿੂ ਨੇੜੇ ਆਈ ਨਾ, ਜਦੋਂ ਮੌਤ ਦਾ ਡੰਕਾ ਸਿਰ ਤੇ ਵੱਜਿਆ, ਮੇਰਾ ਅੰਤ ਸਮਾਂ ਆਇਆ ਤੇ ਮੇਰੇ ਪਾਸ ਹੀ ਇੱਕ ਮਨੁੱਖ ਮੱਛੀ ਰਿੰਨ ਰਿਹਾ ਸੀ। ਮਨ ਲਲਚਾ ਗਿਆ, ਇੱਛਾ ਪੈਦਾ ਹੋ ਗਈ, ਪਰ ਖਾ ਨਾ ਸਕਿਆ। ਧਿਆਨ ਮੱਛੀ ਵਿੱਚ ਸੀ ਤੇ ਸਾਹ ਨਿਕਲ ਗਏ। ਤੇ ਬਘਿਆੜ ਮੱਛੀ ਬੜੀ ਖੁਸ਼ ਹੋ ਕੇ ਖਾਂਦਾ ਹੈ, ਮੈਨੂੰ ਜੂਨੀ ਬਘਿਆੜ ਦੀ ਮਿਲ ਗਈ। ਨਾਨਕ ਪ੍ਰਕਾਸ਼ ਦੇ ਬੋਲ ਨੇ, ਭਇਓ ਮ੍ਰਿਤਕ ਇਹ ਦੇਹੀ ਪਾਈ, ਰਹੀ ਵਾਸ਼ਨਾ ਠਹਿਰ ਜਹਾਈ। ਹੁਣ ਮੇਰੀ ਵਾਸ਼ਨਾ ਅੰਤ ਸਮੇਂ ਟਿਕੀ ਰਹਿ ਗਈ ਮੱਛੀ ਵਿੱਚ, ਤੇ ਜਿੱਥੇ ਵਾਸ਼ਨਾ ਟਿਕੇ ਉੱਥੇ ਜਨਮ ਮਿਲਦਾ ਹੈ। ਇਹ ਬਾਣੀ ਕਹਿੰਦੀ ਹੈ, ਤਿਸਨਾ ਅਗਨ ਜਲੈ ਸੰਸਾਰਾ, ਲੋਭ ਅਭਿਮਾਨ ਬਹੁਤ ਅਹੰਕਾਰਾ, ਮਰ ਮਰ ਜਨਮੈ ਪਤ ਗਵਾਏ, ਆਪਣੀ ਬਿਰਥਾ ਜਨਮ ਗਵਾਵਣਿਆ। ਮਹਾਰਾਜ ਕਹਿੰਦੇ ਨੇ, ਜਿਸ ਪਦਾਰਥ ਦੀ ਤ੍ਰਿਸ਼ਨਾ ਰਹਿ ਜਾਵੇ, ਜਿਸ ਪਦਾਰਥ ਦਾ ਤੈਨੂੰ ਮੋਹ ਹੋਵੇ, ਅਖੀਰ ਤੈਨੂੰ ਉੱਥੇ ਹੀ ਜੂਨ ਮਿਲ ਜਾਂਦੀ ਹੈ। ਇਹ ਪਰਮਾਤਮਾ ਡਿਸਾਈਡ ਕਰੇਗਾ ਵੀ ਮਿਲਣੀ ਕਿਹੜੀ ਹੈ, ਬਣਾਉਣਾ ਕੀ ਹੈ ਤੈਨੂੰ। ਕੀਟ ਬਣਾਉਣਾ ਹੈ ਜਾਂ ਪਤੰਗ ਬਣਾਉਣਾ ਹੈ ਜਾਂ ਮਨੁੱਖ ਬਣਾਉਣਾ ਹੈ। ਇਉਂ ਵਾਰ-ਵਾਰ ਬੰਦਾ ਵਾਸ਼ਨਾ ਦੀ ਪੂਰਤੀ ਲਈ ਉਸ ਵਸਤੂ ਪਾਸ ਜੰਮੇਗਾ, ਕਰਮ ਭੋਗੇਗਾ, ਮਰ ਜਾਵੇਗਾ। ਇਉਂ ਉਹਦੀ ਇੱਜ਼ਤੋ ਆਬਰੂ ਨਹੀਂ ਰਹਿੰਦੀ। ਬਾਣੀ ਚਾਹੁੰਦਾ ਹੈ ਨਾ, ਅੰਤ ਕਾਲ ਜੋ ਮੰਦਰ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਪ੍ਰੇਤ ਜੋਨ ਵੱਲ ਵੱਲ
ਅਵਤਰੈ। ਬੰਦੇ ਨੂੰ ਬੜਾ ਲੱਭ ਹੁੰਦਾ ਹੈ, ਮੇਰਾ ਘਰ ਸਭ ਤੋਂ ਸੁੰਦਰ ਚਾਹੀਦਾ ਹੈ, ਮੇਰੇ ਵਰਗਾ ਕਿਸੇ ਦਾ ਮਹਿਲ ਨਹੀਂ ਚਾਹੀਦਾ। ਸੋਚਦਿਆਂ ਸੋਚਦਿਆਂ ਜੀਵਨ ਬਤੀਤ ਹੋ ਜਾਂਦਾ ਹੈ। ਧਿਆਨ ਮਹੱਲਾਂ ਵਿੱਚ ਟਿਕਿਆ ਰਹਿ ਗਿਆ। ਕਹਿੰਦੇ ਮਰ ਗਿਆ, ਇੱਥੇ ਹੀ ਪ੍ਰੇਤ ਬਣ ਕੇ ਚੁੰਬੜ ਜਾਵੇਂਗਾ, ਘਰ ਵਿੱਚ ਹੀ ਰਹਿ ਜਾਵੇਂਗਾ। ਯੂ ਸ਼ੈਲ ਬੀ ਰੀਇਨਕਾਰਨੇਟਿਡ ਓਵਰ ਐਂਡ ਓਵਰ ਅਗੇਨ ਐਜ਼ ਏ ਗੋਬਲਿਨ। ਬੜੇ ਬੜੇ ਪ੍ਰੋਫੈਸਰ ਇੰਗਲਿਸ਼ ਦੇ ਵੀ ਇਹੀ ਅਰਥ ਕਰਦੇ ਨੇ, ਭਾਈ ਜੀ ਭੂਤ ਬਣ ਕੇ ਉਹਨਾਂ ਘਰਾਂ ਵਿੱਚ ਹੀ ਰਹਿ ਜਾਓਗੇ। ਹੁਣ ਜੇ ਕੋਈ ਬੰਦਾ ਆਖੇ ਵੀ ਇਹ ਮੁਕਤ ਕਿਉਂ ਨਹੀਂ ਹੋਇਆ, ਅਸਲ ਦੇ ਵਿੱਚ ਇਹਨੇ ਅਕਾਲ ਪੁਰਖ ਨੂੰ ਸਿਮਰਿਆ ਹੀ ਨਹੀਂ ਹੈ, ਸੰਸਾਰ ਨੂੰ ਸਿਮਰਿਆ, ਸੰਸਾਰ ਤੇ ਰਹਿ ਗਿਆ। ਨਿਰੰਕਾਰ ਨੂੰ ਸਿਮਰਦਾ ਤੇ ਫਿਰ ਹੀ ਨਿਰੰਕਾਰ ਕੋਲ ਜਾਂਦਾ ਨਾ, ਮੁਕਤੀ ਪਾਉਂਦਾ। ਅੰਤ ਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ, ਬਦਤ ਤਿਲੋਚਨ ਤੇ ਨਰ ਮੁਕਤਾ ਪੀਤੰਬਰ ਵਾਕੈ ਹਿਰਦੈ ਬਸੈ। ਤਰਲੋਚਨ ਭਗਤ ਜੀ ਕਹਿੰਦੇ ਉਹੀ ਮੁਕਤ ਹੋਇਆ, ਉਹੀ ਨਿਰੰਕਾਰ ਤਾਈਂ ਗਿਆ ਜਿਹਨੇ ਨਿਰੰਕਾਰ ਨੂੰ ਧਿਆਇਆ। ਜਿਹਨੇ ਸੰਸਾਰ ਨੂੰ ਧਿਆਇਆ ਉਹ ਦੁਨੀ ਚੰਦ ਦੇ ਬਾਪ ਵਾਂਗ ਸੰਸਾਰ ਤੇ ਹੀ ਜੂਨ ਭੋਗੇਗਾ। ਹੁਣ ਮੈਨੂੰ ਦੇਖਦਿਆਂ ਦੁਨੀ ਚੰਦ ਕਹਿੰਦਾ, ਪਿਤਾ ਜੀ ਤੁਹਾਡਾ ਸਰੀਰ ਕਿਵੇਂ ਛੁੱਟ ਗਿਆ? ਕਹਿੰਦਾ ਤੇਰੇ ਘਰ ਪ੍ਰਭੂ ਗੁਰੂ ਨਾਨਕ ਸਾਹਿਬ ਦੇ ਰੂਪ ਵਿੱਚ ਆਪ ਆਏ ਨੇ, ਤੂੰ ਦਰਸ਼ਨ ਕੀਤੇ ਤੇ ਤੇਰੇ ਦਿਦਾਰੇ ਮੈਂ ਕਰ ਲਏ। ਗੁਰੂ ਨਾਨਕ ਦੇ ਦਰਸ਼ਨਾਂ ਦਾ ਫਲ ਹੈ ਮੇਰੀ ਬੰਦ ਖਲਾਸੀ ਹੋ ਗਈ, ਮੇਰੇ ਬੰਧਨ ਛੁੱਟ ਗਏ, ਮੇਰਾ ਜਨਮ ਕੱਟਿਆ ਗਿਆ। ਇਹਨਾਂ ਕਹਿ ਕੇ ਤੇ ਦੁਨੀ ਚੰਦ ਦੇ ਬਾਪ ਦੀ ਜੋਤ ਉਹ ਸੂਖਸ਼ਮ ਸਰੀਰ ਅਲੋਪ ਹੋ ਗਿਆ। ਦੁਨੀ ਚੰਦ ਘਰ ਮੁੜਿਆ, ਬੜੀ ਸ਼ਰਧਾ ਭਾਵਨਾ ਨਾਲ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਨਮਸਕਾਰ ਕੀਤੀ। ਨਾਨਕ ਪ੍ਰਕਾਸ਼ ਦੇ ਬੋਲ ਨੇ, ਨਾਗਰ ਈਸ਼ਰ ਔਰ ਰੂਪ ਉਜਾਗਰ, ਤੁਮ ਸਮਰੱਥ ਸਰਬ ਸੁਖ ਸਾਗਰ, ਭਗਤ ਵਸ਼ਲ ਕਰੁਣਾਕਰ ਸੁਆਮੀ, ਦੀਨ ਬੰਦ ਪ੍ਰਭ ਅੰਤਰ ਜਾਮੀ। ਹੇ ਗੁਰੂ ਨਾਨਕ ਤੁਸੀਂ ਭਗਤ ਵਸ਼ਲ ਹੋ, ਤੁਸੀਂ ਸਮਰੱਥ ਹੋ, ਤੁਸੀਂ ਦੀਨਾਂ ਦੇ ਬੰਧੂ ਹੋ, ਦੀਨਾਂ ਤੇ ਦਇਆ ਕਰਨ ਵਾਲੇ ਹੋ, ਨਿਮਾਣਿਆਂ ਨੂੰ ਮਾਣ ਬਖਸ਼ਣ ਵਾਲੇ ਹੋ, ਦੁਖੀਆਂ ਦੇ ਦੁੱਖ ਦੂਰ ਕਰਨ ਵਾਲੇ ਹੋ, ਰੋਗੀਆਂ ਦੇ ਰੋਗ ਮਿਟਾਉਣ ਵਾਲੇ ਹੋ, ਤੁਸੀਂ ਮੁਕਤੀ ਦੇ ਦਾਤੇ ਹੋ। ਜਿਵੇਂ ਬਾਣੀ ਚਾਹੁੰਦਾ ਹੈ ਨਾ, ਸਤਿਗੁਰ ਚਰਨ ਜਿਨ ਪਰਸਿਆ, ਸੇ ਪਸ ਪ੍ਰੇਤ ਸੁਰ ਨਰ ਭਏ। ਗੁਰੂ ਨਾਨਕ ਦੇ ਚਰਨ ਪਰਸਣ ਵਾਲਾ ਪਸ਼ੂ ਵੀ ਮੁਕਤ ਹੈ, ਪ੍ਰੇਤ ਵੀ ਮੁਕਤ ਹੈ, ਦੇਵਤਿਆਂ ਵਰਗਾ ਮਹਾਨ ਮਰਾਤਬਾ ਉਸ ਨੂੰ ਹਾਸਲ ਹੋ ਜਾਂਦਾ ਹੈ। ਜਿਵੇਂ ਦੁਨੀ ਚੰਦ ਦਾ ਬਾਪ ਮੁਕਤ ਹੋ ਗਿਆ। ਭਾਈ ਸਾਹਿਬ ਭਾਈ ਨੰਦ ਲਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹਜ਼ੂਰੀ ਕਵੀ ਇਹ ਮੋਹਰ ਲਾਉਂਦੇ ਨੇ। ਫਾਰਸੀ ਦੇ ਬੋਲ ਨੇ, ਆਖਣ ਲੱਗੇ ਖਿਤਾਬੇ ਹਕਸ਼ ਮੁਰਸ਼ਿਦੁਲ ਆਲਮੀਨ ਵਾਜ਼ਾਤ ਬਰਹਕਸ਼ ਰਹਿਮਤੁਲ ਮੁਜ਼ਨਬੀਨ। ਐ ਗੁਰੂ ਨਾਨਕ ਸਾਹਿਬ, ਪਰਮਾਤਮਾ ਦੇ ਦਰ ਤੋਂ ਤੁਸੀਂ ਦੁਨੀਆ ਦੇ ਉੱਪਰ ਆਉਣਾ ਕੀਤਾ, ਅਕਾਲ ਪੁਰਖ ਦਾ ਤੁਸੀਂ ਸਰੂਪ ਹੋ, ਔਰ ਅਕਾਲ ਪੁਰਖ ਦੇ ਹੁਕਮ ਵਿੱਚ ਤੁਸੀਂ ਦੋਹਾਂ ਲੋਕਾਂ ਦੇ ਮੁਰਸ਼ਦ ਹੋ। ਇਸ ਮਾਤ ਲੋਕ ਦੇ ਸਤਿਗੁਰੂ ਹੋ ਤੇ ਪਰਲੋਕ ਵਿੱਚ ਤੁਸੀਂ ਨਿਰਗੁਣ ਸਰੂਪ ਹੋ, ਅਕਾਲ ਪੁਰਖ ਹੋ। ਬਾਣੀ ਵੀ ਕਹਿੰਦੀ ਹੈ ਨਾ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਤੁਹਾਡਾ ਜਿਹੜਾ ਸੁਭਾਅ ਹੈ ਨਾ, ਰਹਿਮਤੁਲ, ਬੜਾ ਕਿਰਪਾਲੂ ਹੈ। ਮੁਜ਼ਨਬੀਨ, ਕਿੰਨਾ ਤੇ ਕਿਰਪਾ ਕਰਦੇ ਹੋ? ਗੁਨਾਹਗਾਰਾਂ ਤੇ। ਤੁਹਾਡੀ ਕਿਰਪਾ ਹੋ ਜਾਵੇ, ਬੰਦਾ ਮੁਕਤੀ ਹਾਸਲ ਕਰਦਾ ਹੈ। ਪਸ਼ੂ ਪੰਛੀ ਵੀ ਮੁਕਤ ਹੋ ਜਾਂਦੇ ਨੇ। ਤਾਂ ਹੀ ਤੇ ਬਾਣੀ ਨੇ ਕਿਹਾ ਹੈ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ,
ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਕਲਯੁਗ ਦੇ ਵਿੱਚ ਗੁਰੂ ਨਾਨਕ ਮੁਕਤੀ ਦਾਤੇ ਨੇ, ਰੱਖਣ ਵਾਲੇ ਨੇ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆਰੇ। ਗੁਰ ਨਾਨਕ ਜਿਨ ਸੁਣਿਆ ਪੇਖਿਆ ਸੇ, ਫਿਰ ਗਰਵਾਸ ਨਾ ਪਰਿਆਰੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਦਰਸ਼ਨ ਹੋ ਜਾਣੇ, ਉਹਨਾਂ ਦੇ ਬਚਨ ਕੰਨਾਂ ਨਾਲ ਸੁਣ ਲੈਣੇ, ਉਹਨਾਂ ਦੇ ਬਚਨ ਜ਼ੁਬਾਨ ਨਾਲ ਗਾ ਲੈਣੇ। ਹਰ ਪ੍ਰਕਾਰ ਦੇ ਨਾਲ ਹੀ ਮੁਕਤੀ ਹਾਸਲ ਹੋ ਜਾਵੇਗੀ। ਗੁਰੂ ਨਾਨਕ ਮੁਕਤੀ ਦੇ ਦਾਤੇ ਨੇ। ਯੂ ਵਿਲ ਬੀ ਲਿਬਰੇਟਿਡ। ਗੁਰੂ ਨਾਨਕ ਦੇ ਗੀਤ ਗਾ, ਰੋਗਾਂ ਸੋਗਾਂ ਤੋਂ 84 ਲੱਖ ਜੂਨਾਂ ਤੋਂ ਤੂੰ ਨਜ਼ਾਤ ਹਾਸਲ ਕਰ ਲਵੇਂਗਾ।